ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪ੍ਰਦੀਪ ਕੌਰ, ਪੰਜਾਬੀ ਮਿਸਟਰਸ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਰੜ, ਬੱਚਾ ਤੁਹਾਡੇ ਲਈ 7ਵੀਂ ਜਮਾਤ ਦਾ 11ਵਾਂ ਪਾਠ ਸ਼ੇਰਨੀਆਂ ਲੈ ਕੇ ਆਈ ਹਾਂ। ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਲਿਖੀ ਹੋਈ ਹੈ। ਹਾਸ਼ਮ ਸ਼ਾਹ ਦਾ ਸ਼ੇਰ ਹੈ, ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਇਹ ਸ਼ੇਰ ਤੁਸੀਂ ਆਪਣੇ ਸਕੂਲ ਵਿੱਚ ਵੀ ਲਿਖਿਆ ਹੋਇਆ ਦੇਖਿਆ ਹੋਵੇਗਾ। ਇਸ ਦਾ ਮਤਲਬ ਹੈ ਕਿ ਜਿੱਤ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ, ਮਿਲਦੀ ਹੈ ਜਿਹੜੇ ਆਪ ਹਿੰਮਤ ਕਰਦੇ ਹਨ। ਇਹੀ ਤੁਕਾਂ ਇਸ ਕਹਾਣੀ 'ਤੇ ਪੂਰੀ ਤਰ੍ਹਾਂ ਢੁਕਦੀਆਂ ਹਨ। ਸ਼ੇਰਨੀਆਂ ਉਹ ਬਹਾਦਰ ਕੁੜੀਆਂ ਨੂੰ ਕਿਹਾ ਗਿਆ ਹੈ ਜੋ ਸਾਰੀਆਂ ਮੁਸੀਬਤਾਂ ਝੱਲ ਕੇ ਹਿੰਮਤ ਕਰਕੇ ਆਪਣੇ ਕੰਮ 'ਤੇ ਸੌਖੀ ਤਰ੍ਹਾਂ ਜਾਣ ਲਈ ਸਾਈਕਲ ਸਿੱਖ ਰਹੀਆਂ ਹਨ। ਪਿਆਰੇ ਬੱਚਿਓ, ਇੱਥੇ ਤੁਹਾਨੂੰ ਲੱਗਦਾ ਹੋਵੇਗਾ ਕਿ ਸਾਈਕਲ ਸਿੱਖਣਾ ਕਿਹੜੀ ਬਹਾਦਰੀ ਦਾ ਕੰਮ ਹੈ। ਇਹ ਤਾਂ ਆਮ ਜਿਹੀ ਗੱਲ ਹੈ ਬੱਚਿਓ। ਤਕਰੀਬਨ 40-50 ਸਾਲ ਪਹਿਲਾਂ ਇੱਕ ਤਾਂ ਕੁੜੀਆਂ ਨੂੰ ਲੋਕ ਪੜ੍ਹਾਉਂਦੇ ਜ਼ਿਆਦਾ ਨਹੀਂ ਸੀ, ਜੇ ਪੜ੍ਹਾਉਂਦੇ ਵੀ ਸੀ ਤਾਂ ਨੌਕਰੀ ਵੀ ਨਹੀਂ ਸੀ ਕਰਨ ਦਿੰਦੇ। ਨੌਕਰੀ ਕਰਨਾ ਕੁੜੀਆਂ ਲਈ ਚੰਗਾ ਨਹੀਂ ਸਮਝਿਆ ਜਾਂਦਾ ਸੀ, ਉਹਨਾਂ 'ਤੇ ਬਹੁਤ ਤੁਹਮਤਾਂ ਲੱਗਦੀਆਂ ਸੀ। ਇਸ ਲਈ ਇਹ ਉਸ ਜ਼ਮਾਨੇ ਦੀਆਂ ਕੁੜੀਆਂ ਹਨ ਜਿਨ੍ਹਾਂ ਨੂੰ ਸ਼ੇਰਨੀਆਂ ਕਿਹਾ ਗਿਆ ਹੈ। ਸ਼ੇਰਨੀਆਂ ਤੋਂ ਭਾਵ ਇੱਥੇ ਬਹਾਦਰ ਤੋਂ ਹੈ, ਜਿਨ੍ਹਾਂ ਨੇ ਆਪ ਪੜ੍ਹ ਕੇ ਨੌਕਰੀ ਸ਼ੁਰੂ ਕੀਤੀ ਅਤੇ ਆਪਣੀ ਨੌਕਰੀ 'ਤੇ ਆਉਣਾ ਜਾਣਾ ਸੌਖਾ ਕਰਨ ਲਈ ਸਾਈਕਲ ਸਿੱਖਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀਓ, ਆਪਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਪੜ੍ਹਾਂਗੇ ਤਾਂ ਜੋ ਤੁਹਾਨੂੰ ਕਹਾਣੀ ਚੰਗੀ ਤਰ੍ਹਾਂ ਸਮਝ ਆ ਜਾਵੇ। ਚਾਰਾ ਕਰਨਾ, ਕੋਸ਼ਿਸ਼ ਕਰਨੀ, ਖੱਪੇ ਛੱਡਣਾ, ਕਿਤੇ ਕਿਤੇ ਖਾਲੀ ਥਾਂ ਛੱਡਣੀ, ਫਾਸਲਾ, ਵਿੱਥ, ਪਰਛਾਵਾਂ, ਸਾਇਆ, ਅਕਸ, ਆਕਾਰ, ਚਾਂ, ਚਾਅ ਚੜ੍ਹਨਾ, ਖੁਸ਼ੀ ਹੋਣੀ, ਤੋਹਮਤ ਲਾਉਣਾ, ਦੋਸ਼ ਲਾਉਣਾ, ਇਲਜ਼ਾਮ ਲਾਉਣਾ, ਝੂਠੀ ਮੁੱਠੀ, ਐਵੇਂ ਹੀ ਜਾਂ ਬਨਾਵਟੀ ਗੱਲ, ਕੁਸਮੁਸਾ, ਮੂੰਹ ਹਨੇਰਾ, ਉਜਾੜ ਬਿਆਬਾਨ, ਸੁੰਨੀ ਥਾਂ, ਅੱਪੜਨਾ, ਪਹੁੰਚਣਾ, ਸ਼ਲਾਘਾ, ਸਿਫਤ ਜਾਂ ਉਸਤਤ ਜਾਂ ਵਡਿਆਈ, ਵਿਦਾਇਗੀ, ਤੋਰਨਾ ਜਾਂ ਵਿਦਾ ਕਰਨਾ, ਡਾਢੀ, ਬਹੁਤ ਜ਼ਿਆਦਾ, ਸ਼ਰਮਿੰਦਗੀ, ਸ਼ਰਮ। ਹੁਣ ਕਹਾਣੀ ਸ਼ੇਰਨੀਆਂ। ਹੋਰ ਬੱਚੇ ਤੇ ਸੌਂ ਗਏ ਸਨ, ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ। ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ ਮੇਰੀ ਪਤਨੀ ਉਸਦੇ ਨਾਲ ਲੰਮੀ ਪੈ ਕੇ ਉਸਨੂੰ ਸੁਆਉਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਈਏ, ਪਰ ਕਾਕੇ ਦੇ ਸੌਣ ਦੀ ਕਿਸ ਤਰ੍ਹਾਂ ਜਾ ਸਕਦੇ ਸਾਂ, ਨਾਲੇ ਉਸਨੂੰ ਚੁੱਕਣਾ ਵੀ ਔਖਾ ਸੀ। ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫੈਸਲਾ ਕੀਤਾ। ਮੇਰੀ ਪਤਨੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ। ਚੰਗਾ, ਮੈਂ ਚੱਲਣਾ ਵੇ, ਮੈਂ ਮੰਜੀ ਤੋਂ ਉੱਠਦੇ ਹੋਏ ਕਿਹਾ। ਜਦੋਂ ਸੌਂ ਗਿਆ ਤੂੰ ਵੱਡੀ ਪਾਰਕ ਵਿੱਚ ਆ ਜਾਵੇਂ, ਮੈਂ ਉੱਥੇ ਹੀ ਹੋਵਾਂਗਾ। ਬਸ ਮੈਂ ਹੁਣੇ ਇਸ ਨੂੰ ਸੁਆ ਕੇ ਆ ਜਾਂਦੀ ਹਾਂ। ਗੱਲਾਂ ਕਰਦਿਆਂ ਕੋਲ ਨਹੀਂ ਸੌਂਦਾ, ਜ਼ਰਾ ਕੁ ਆਪ ਝੂਠੀ ਮੁੱਠੀ ਦੀਆਂ ਅੱਖਾਂ ਮਿਟੀਏ ਤਾਂ ਝੱਟ ਸੌ ਜਾਂਦਾ ਹੈ। ਮੇਰੀ ਪਤਨੀ ਨੇ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿੱਤੀ। ਮੈਂ ਇਕੱਲਾ ਬਾਹਰ ਤੁਰ ਪਿਆ। ਮਾਡਲ ਟਾਊਨ ਦੀ ਇਸ ਸੜਕ ਦੇ ਦੋਹੀਂ ਪਾਸੇ ਮਕਾਨਾਂ ਵਿੱਚ ਬੱਤੀਆਂ ਅਜੇ ਜਗ ਰਹੀਆਂ ਸਨ। ਲੋਕੀ ਸੁੱਤੇ ਤੇ ਨਹੀਂ ਸਨ, ਪਰ ਸੌਣ ਵਾਲੇ ਜਾਪਦੇ ਸਨ। ਪਾਰਕ ਬਹੁਤ ਵੱਡੀ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ 'ਤੇ ਘਾਹ ਉਗਾਇਆ ਹੋਇਆ ਸੀ ਤੇ ਆਲੇ ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ ਕਿਤੇ ਕਿਤੇ ਖੱਪੇ ਛੱਡੇ ਹੋਏ ਸਨ। ਇੱਕ ਪਾਸੇ ਸੜਕ ਲੰਘਦੀ ਸੀ ਜਿਸ 'ਤੇ ਜਗ ਰਹੀਆਂ ਬੱਤੀਆਂ ਪਾਰਕ ਵਿੱਚ ਚਾਨਣ ਸੁੱਟਦੀਆਂ ਸਨ। ਇਸ ਤਰ੍ਹਾਂ ਪਾਰਕ ਵਿੱਚ ਇੰਨਾ ਕੁ ਚਾਨਣ ਸੀ ਜਿੰਨਾ 8 ਕੁ ਦਿਨਾਂ ਦੇ ਚੰਦ ਦਾ ਹੁੰਦਾ ਏ, ਤੇ ਸੜਕ ਦੇ ਕੰਢੇ ਉਤਲੇ ਦਰਖਤਾਂ ਦੇ ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਸਨ ਤੇ ਕਈ ਥਾਵਾਂ 'ਤੇ ਹਨੇਰਾ ਕਰ ਰਹੇ ਸਨ। ਪਾਰਕ ਦੁਆਲੇ ਦੀ ਤਾਰ ਵਿਚਲੇ ਰਾਹਾਂ ਦਾ ਮੈਨੂੰ ਪਤਾ ਸੀ, ਪਰ ਇਸ ਵੇਲੇ ਰਾਹੋਂ ਲੰਘਣ ਦੀ ਥਾਂ
ਮੇਰਾ ਤਾਰ ਟੱਪ ਕੇ ਹੀ ਜਾਣ ਨੂੰ ਜੀ ਕੀਤਾ। ਤਾਰ ਲੰਘ ਕੇ ਇੱਕ ਸਿਰਿਓਂ ਮੈਂ ਦੂਜੇ ਸਿਰੇ ਨੂੰ ਤੁਰ ਪਿਆ। ਪਾਰਕ ਵਿੱਚ ਇਸ ਵੇਲੇ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ। ਦੂਜੇ ਸਿਰੇ ਅੱਪੜ ਕੇ ਜਦ ਮੈਂ ਪਿਛਾਂਹ ਨੂੰ ਮੁੜਿਆ ਤਾਂ ਅਗਲੇ ਸਿਰੇ ਕੋਲ ਇੱਕ ਦਰਖਤ ਦੇ ਪਰਛਾਵੇਂ ਹੇਠ ਕੁਝ ਹੋਰ ਆਦਮੀ ਆ ਖਲੋਤੇ ਜਾਪਦੇ ਸਨ। ਕੁਝ ਨੇੜੇ ਆ ਕੇ ਮੈਨੂੰ ਦਿਸਿਆ ਕਿ ਉਹ ਦੋ ਸਨ ਤੇ ਉਹਨਾਂ ਕੋਲ ਸਾਈਕਲ ਵੀ ਸਨ। ਹੈਂ, ਇਹ ਤਾਂ ਕੁੜੀਆਂ ਸਨ, ਦੁਪੱਟੇ ਹੇਠਾਂ ਲਮਕ ਰਹੇ ਸਨ। ਇਹ ਇਸ ਵੇਲੇ ਸਾਈਕਲ ਲੈ ਕੇ ਇੱਥੇ ਖੜੀਆਂ ਕੀ ਕਰ ਰਹੀਆਂ ਨੇ? ਕਿਧਰੇ ਜਾਣਾ ਹੋਣਾ। ਪਰ ਇਸ ਵੇਲੇ ਜਦੋਂ ਮਾਡਲ ਟਾਊਨ ਦੇ ਸ਼ੌਕੀਨ ਤੇ ਬਹੁਤੀ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ, ਇਹਨਾਂ ਕਿੱਥੇ ਜਾਣਾ? ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ, ਕੁੜੀਆਂ ਤੋਂ ਦੂਰ ਵਾਲੇ ਪਾਸੇ। ਥੋੜੀ ਜਿਹੀ ਧੌਣ ਪੁਆ ਕੇ ਪਿਛਾਂਹ ਵੇਖਿਆ, ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਕੁਝ ਪੈਰ ਅੱਗੇ ਜਾ ਕੇ ਮੈਂ ਫਿਰ ਵੇਖਿਆ, ਕੁੜੀਆਂ ਅਜੇ ਵੀ ਉੱਥੇ ਹੀ ਖਲੋਤੀਆਂ ਸਨ। ਜਦੋਂ ਮੈਂ ਸਿਰ ਤੇ ਅੱਪੜ ਕੇ ਪਿਛਾਂਹ ਮੁੜਿਆ ਤਾਂ ਵੀ ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਵੇਖਣ ਨੂੰ ਤੇ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਾਂ। ਮੈਂ ਸੈਰ ਵਿੱਚ ਤੇ ਉਹ ਉਡੀਕ ਵਿੱਚ, ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਸੀ ਤੇ ਉਹ ਸ਼ਾਇਦ ਮੇਰੀ ਸੈਰ ਦਾ ਅੰਤ ਉਡੀਕ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ। ਹੁਣ ਮੈਂ ਦੂਜੀ ਵਾਰ ਉਹਨਾਂ ਵੱਲ ਨੂੰ ਤੁਰਿਆ ਆ ਰਿਹਾ ਸਾਂ। ਕੁਝ ਨੇੜੇ ਆ ਕੇ ਮੈਨੂੰ ਪਤਾ ਲੱਗਾ ਕਿ ਉਹ ਗੱਲਾਂ ਕਰ ਰਹੀਆਂ ਹਨ। ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ। ਥੋੜੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ, ਅੱਗੋਂ ਮੇਰੀ ਪਤਨੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਲਾ ਦਿੱਤਾ ਸੌਂਦਿਆਂ, ਇਸ ਲਈ ਮੈਨੂੰ ਦੇਰ ਲੱਗੀ। ਆਓ ਇੱਕ ਚੱਕਰ ਹੋਰ ਲਾ ਆਈਏ ਪਾਰਕ ਦਾ, ਉਸ ਮੰਗ ਕੀਤੀ। ਅਸੀਂ ਫੇਰ ਪਿਛਾਂਹ ਮੁੜ ਤੁਰ ਪਏ। ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ ਦੋ ਸਾਈਕਲਾਂ ਪਰਾਂ ਨੂੰ ਜਾ ਰਹੀਆਂ ਸਨ। ਉਡੀਕ ਉਡੀਕ ਕੇ ਉਹ ਕੁੜੀਆਂ ਆਪੇ ਹੀ ਟੁਰ ਚੱਲੀਆਂ ਨੇ। ਮੈਂ ਸੋਚਿਆ, ਅਜੇ ਅਸੀਂ ਬਾਹਰ ਸੜਕ ਤੇ ਹੀ ਸਾਂ ਕਿ ਉਹ ਸਾਈਕਲ ਪਿਛਾਂਹ ਨੂੰ ਘੁੰਮ ਪਏ। ਪਾਰਕ ਦੇ ਇਸ ਸਿਰੇ ਦੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਮੁੜ ਗਏ। ਇਹ ਕੁੜੀਆਂ ਤੇ ਖਬਰੇ ਸਾਈਕਲ ਚਲਾਉਣ ਦੀ ਜਾਚ ਸਿੱਖ ਰਹੀਆਂ ਸਨ। ਮੇਰੀ ਪਤਨੀ ਵੀ ਮੇਰੇ ਵਾਂਗ ਸਾਈਕਲਾਂ ਵੱਲ ਹੀ ਦੇਖ ਰਹੀ ਸੀ। ਕਹਿਣ ਲੱਗੀ, ਪਤਾ ਨਹੀਂ ਇਹ ਕਿਹੜੀਆਂ ਨੇ ਸਾਈਕਲ ਸਿੱਖਦੀਆਂ। ਮਾਡਲ ਟਾਊਨ ਦੀਆਂ ਢੇਰ ਸਾਰੀਆਂ ਕੁੜੀਆਂ ਨੂੰ ਉਹ ਜਾਣਦੀ ਸੀ। ਜਦੋਂ ਅਸੀਂ ਪਾਰਕ ਵਿੱਚ ਵੜੇ ਤਾਂ ਕੁੜੀਆਂ ਸਾਈਕਲਾਂ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰਖਤ ਦੀ ਛਾਵੇਂ ਖਲੋ ਗਈਆਂ। ਮੇਰੀ ਪਤਨੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ। ਅਸੀਂ ਟਹਿਲਦੇ ਟਹਿਲਦੇ ਉਹਨਾਂ ਦੇ ਨੇੜੇ ਹੁੰਦੇ ਗਏ। ਜ਼ਨਾਨੀ ਨਾਲ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ। ਤੁਸੀਂ ਉੱਤਰ ਕਿਉਂ ਗਈਆਂ ਹੋ? ਇਹ ਤੇ ਸਰੋਜ ਤੇ ਵੀਨਾ ਨੇ, ਉਸਨੇ ਉਹਨਾਂ ਵੱਲ ਹੱਥ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ, ਚਲਾਓ ਚਲਾਓ, ਜ਼ਰਾ ਅਸੀਂ ਵੀ ਵੇਖੀਏ। ਥੱਕ ਗਈਆਂ ਵਾ, ਜ਼ਰਾ ਸਾਹ ਲੈ ਕੇ ਚਲਾਵਾਂਗੀਆਂ। ਜਿਹੜੀ ਉਹਨਾਂ ਵਿੱਚੋਂ ਸਰੋਜ ਸੀ, ਉਸਨੇ ਬਹਾਨਾ ਬਣਾਇਆ। ਫਿਰ ਆਪਣੇ ਆਪ ਨੂੰ ਮੇਰੀ ਪਤਨੀ ਦੇ ਬਹੁਤਾ ਨੇੜੇ ਸਮਝਦੀ ਜਾਪਦੀ ਸੀ। ਕਦੋਂ ਕੂਦੀਆਂ ਚਲਾਉਂਦੀਆਂ ਪਈਆਂ ਹੋ? ਮੇਰੀ ਪਤਨੀ ਨੇ ਉਹਨਾਂ ਦੇ ਥੱਕ ਜਾਣ ਤੇ ਪੁੱਛਿਆ। ਨਹੀਂ ਭੈਣ ਜੀ, ਅਜੇ ਤਾਂ ਅਸਾਂ 2-3 ਚੱਕਰ ਹੀ ਲਾਏ ਨੇ, ਉਂਝ ਸਾਨੂੰ ਸੰਗ ਆਉਂਦੀ ਏ, ਵੀਨਾ ਨੇ ਕਿਹਾ। ਸ਼ਾਇਦ ਉਸਨੇ ਬੁੱਝ ਲਿਆ ਸੀ ਕਿ ਮੈਂ ਹੀ ਉੱਥੋਂ ਸੈਰ ਕਰਦਾ ਗਿਆ ਸਾਂ ਤੇ ਇਸ ਲਈ ਠੀਕ ਠੀਕ ਦੱਸ ਦਿੱਤਾ। ਸੰਗ ਕਰਕੇ ਹੀ ਇਸ ਵੇਲੇ ਆਉਂਦੀਆਂ ਹੋ? ਹੋਰ ਕੀ ਕਰੀਏ, ਪਾਰਕ ਵਿਹਲੀ ਹੀ ਇਸ ਵੇਲੇ ਹੁੰਦੀ ਹੈ। ਤਿੱਖੇ ਜਵਾਬ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ। ਤੇ ਇੰਨਾ ਤੁਹਾਨੂੰ ਕੀ ਚਾਅ ਚੜਿਆ ਏ ਸਾਈਕਲਾਂ ਦਾ? ਅੱਧੀ ਰਾਤੀ ਲੁਕ ਲੁਕ ਕੇ ਸਿੱਖਦੀਆਂ ਫਿਰਦੀਆਂ ਹੋ। ਨਹੀਂ, ਚਾਅ ਕਾਹਦਾ ਏ, ਬਸ ਲੋੜ ਏ। ਲੋੜ ਕੀ? ਹੁਣ ਸਾਈਕਲਾਂ ਤੇ ਪੜਾਉਣ ਜਾਇਆ ਕਰੋਗੀਆਂ। ਹਾਂ ਵੇਖੋ ਨਾ ਭੈਣ ਜੀ, ਵੀਨਾ ਫਿਰ ਸਮਝਾਉਣ ਲੱਗੀ। ਪਹਿਲਾਂ ਘਰੋਂ ਟੁਰ ਕੇ ਅੱਡੇ ਤੇ ਜਾਓ,
फिर ਬੱਸ ਤੋਂ ਉਤਰ ਕੇ ਟੁਰ ਕੇ ਪਿੰਡ ਪਹੁੰਚੋ। ਸੜਕ ਤੋਂ ਮੀਲ ਦੂਰ ਪਿੰਡ ਨੇ ਜਿੱਥੇ ਅਸੀਂ ਪੜ੍ਹਾਉਂਦੀਆਂ ਵਾਂ। ਇਹਦਾ ਤੇ ਕੋਈ 2 ਪੈਰ ਘੱਟ ਹੋਵੇਗਾ, ਪਰ ਮੇਰਾ ਤੇ ਪੂਰਾ ਮੀਲ ਏ। ਸਾਰਾ ਪਿੰਡਾ ਉਜਾੜ ਵੀ ਆ ਵਾ। ਦੱਸੋ ਭੈਣ ਜੀ, ਭਲਾ ਸਾਡਾ ਉੱਥੇ ਕੌਣ ਏ? ਸੱਚੀ ਇੰਨਾ ਡਰ ਆਉਂਦਾ ਹੈ, ਪਤਾ ਨਹੀਂ ਪਿੰਡ ਅੱਪੜ ਕਿਵੇਂ ਜਾਂਦੀਆਂ ਵਾ। ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ। ਮੇਰੀ ਪਤਨੀ ਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ। ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ। ਜਿੰਨਾ ਚਿਰ ਪਹਿਲੀ ਮੁੱਕ ਨਾ ਜਾਏ ਉਤਲਾ ਸਾ ਉਤਾਹ ਤੇ ਹੇਠਲਾ ਹੇਠਾਂ ਹੀ ਰਹਿੰਦਾ ਏ। ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲੈ ਲਏ ਹਨ। ਆਂਦੀਆਂ ਨੇ ਸਾਈਕਲ ਤੇ ਡਰ ਘੱਟ ਆਉਂਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਏ। ਬਸ ਸਾਈਕਲ ਚਲਾਉਂਦੇ ਚਲਾਉਂਦੇ ਝੱਟ ਬੰਦੇ ਕੋਲੋਂ ਲੰਘ ਜਾਓ। ਭਾਈ ਬੜਾ ਔਖਾ ਕੰਮ ਏ ਸਾਈਕਲ ਨਾਲ ਵੀ। ਤੁਸੀਂ ਤਾਂ ਸ਼ੇਰਨੀਆਂ ਹੋ। ਖਾਰੇ ਕਿੱਡਾ ਕੁ ਦਿਲ ਏ ਤੁਹਾਡਾ, ਲਿਆ ਖਾਂ ਭਲਾ ਵੇਖਾਂ। ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸਦੀ ਬਹਾਦਰੀ ਦੇ ਸ਼ਲਾਘਾ ਵਿੱਚ ਆਪਣੀ ਜੱਫੀ ਵਿੱਚ ਕੁੱਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ। ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਸੜਕ ਤੇ ਆਏ ਤਾਂ ਮੇਰੀ ਪਤਨੀ ਨੇ ਕਿਹਾ, ਇਹ ਦੋਵੇਂ ਮਾਸਟਰਾਨੀਆਂ ਨੇ। ਇੱਥੇ ਸ਼ਹਿਰ ਵਿੱਚ ਕਿਸੇ ਸਕੂਲੇ ਜਗ੍ਹਾ ਨਹੀਂ ਮਿਲੀ। ਪਿੰਡਾਂ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ। ਹੁਣ ਇਹ ਉੱਥੇ ਪੜ੍ਹਾਉਣ ਜਾਂਦੀਆਂ ਨੇ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ ਤੇ ਵੀ ਡਰ ਲੱਗੇ। ਉਸਨੇ ਫਿਰ ਸ਼ਲਾਘਾ ਕੀਤੀ। ਉਹਦੀ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ। ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ, ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸੇ ਤਰ੍ਹਾਂ ਦਰਖਤ ਹੇਠ ਲੁਕ ਕੇ ਖਲੋਤੀਆਂ ਸਨ। ਮੈਂ ਤਾਂ ਕੁਝ ਹੋਰ ਹੀ ਸਮਝਿਆ। ਚੰਗਾ ਹੋਇਆ ਅਸੀਂ ਫਿਰ ਆ ਗਏ। ਕੰਮ ਕਰਨ ਵਾਲੀਆਂ ਕੁੜੀਆਂ ਤੇ ਬੜੀਆਂ ਤੋਹਮਤਾਂ ਲੱਗਦੀਆਂ ਨੇ। ਮੇਰੀ ਪਤਨੀ ਨੇ ਖਿੱਚ ਕੇ ਕਿਹਾ, ਹਰ ਇੱਕ ਨੂੰ ਭੁਲੇਖਾ ਪੈ ਜਾਂਦਾ। ਮੈਂ ਤੁਹਾਨੂੰ ਇੱਕ ਬੜੀ ਸੁਆਦਲੀ ਗੱਲ ਦੱਸਣੀ ਆ। ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਆਪਣੇ ਘਰ ਅੱਗੇ ਸਵੇਰੇ ਘੁਸਮੁਸੇ ਜਿਹੇ ਵਿੱਚ ਫਿਰ ਰਹੀਆਂ ਸਾਂ। ਸਾਹਮਣੇ ਉਹ ਕਾਲੀ ਕਾਲੀ ਟੁਰਦੀ ਇੱਕ ਕੁੜੀ ਆਈ। ਕਦੀ ਉਹ 2 ਕੁ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਲੀ ਕਾਲੀ ਟੁਰਨ ਲੱਗ ਪੈਂਦੀ। ਜਦੋਂ ਸਾਡੇ ਨੇੜੇ ਆਈ ਤਾਂ ਮੂੰਹ ਦਿਸਿਆ ਤਾਂ ਘਬਰਾਈ ਹੋਈ ਵੀ ਡਾਢੀ ਜਾਪੀ। ਅਸੀਂ ਬੜੀਆਂ ਹੈਰਾਨ ਹੋਈਆਂ। ਸੈਰ ਕਰਨ ਵਾਲੀਆਂ ਕੁੜੀਆਂ ਤੇ ਇਸ ਤਰ੍ਹਾਂ ਨਹੀਂ ਭੱਜਦੀਆਂ, ਨਾ ਹੀ ਉੱਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਅੱਡਾ ਸੀ। ਭਲਾ ਕਿੱਥੇ ਜਾਂਦੀ ਹੈ, ਇਹ ਜਾਣਨ ਲਈ ਅਸੀਂ ਵੀ ਉਹਦੇ ਪਿੱਛੇ ਤੁਰ ਪਈਆਂ। ਉਹ ਅੱਗੇ ਅੱਗੇ ਤੇ ਅਸੀਂ ਮਗਰ ਮਗਰ। ਉਹ ਟੈਲੀਫੋਨ ਐਕਸਚੇਂਜ ਨੂੰ ਮੁੜ ਪਈ। ਅਸੀਂ ਸਮਝ ਲਿਆ ਕਿ ਉਹ ਟੈਲੀਫੋਨ ਆਪਰੇਟਰ ਸੀ ਤੇ ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਰਹੀ ਸੀ। ਅਸੀਂ ਸੜਕ ਤੇ ਖੜੀਆਂ ਉਸ ਵੱਲ ਵੇਖਦੀਆਂ ਰਹੀਆਂ। ਅੰਦਰ ਜਾ ਕੇ ਉਹ ਆਪਣੀ ਕੁਰਸੀ ਉੱਤੇ ਬਹਿ ਗਈ ਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿੱਛਾਂ ਮੁੜ ਆਈਆਂ। ਹਾਂਜੀ ਬੱਚਿਓ, ਆਪਾਂ ਹੁਣ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਲੇਖਕ ਨੇ ਇਕੱਲਿਆਂ ਸੈਰ ਕਰਨ ਜਾਣ ਦਾ ਫੈਸਲਾ ਕਿਉਂ ਕੀਤਾ? ਆਪਾਂ ਪਹਿਲੇ ਪਾਠ ਵਿੱਚ ਪੜ੍ਹਿਆ ਹੀ ਹੈ ਸ਼ੁਰੂ ਵਿੱਚ ਕਿ ਲੇਖਕ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਕਿ ਉਹ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਲਈ ਜਾਣਗੇ, ਪਰ ਛੋਟਾ ਕਾਕਾ ਜਾਗ ਰਿਹਾ ਸੀ। ਉਸਦੇ ਸੌਣ ਤੱਕ ਲੇਖਕ ਦੀ ਪਤਨੀ ਸੈਰ ਕਰਨ ਨਹੀਂ ਸੀ ਜਾ ਸਕਦੀ। ਇਸ ਲਈ ਲੇਖਕ ਨੇ ਇਕੱਲੇ ਹੀ ਸੈਰ ਤੇ ਜਾਣ ਦਾ ਫੈਸਲਾ ਕੀਤਾ। ਪਾਠ ਵਿੱਚ ਦੂਜਾ ਪ੍ਰਸ਼ਨ ਹੈ ਕਿ ਪਾਠ ਵਿੱਚ ਦਰਸਾਏ ਸੈਰ ਕਰਨ ਵਾਲੇ ਪਾਰਕ ਦਾ ਵਰਣਨ ਕਰੋ। ਆਪਾਂ ਬੱਚਿਓ ਦੇਖਦੇ ਹਾਂ ਅੱਜ ਕੱਲ੍ਹ ਪਾਰਕ ਬਹੁਤ ਸੋਹਣੀਆਂ ਬਣੀਆਂ ਹੁੰਦੀਆਂ ਹਨ। ਉਸੇ ਤਰ੍ਹਾਂ ਇਹ ਪਾਰਕ ਵੀ ਸੋਹਣੀ ਬਣੀ ਹੋਈ ਸੀ। ਪਾਰਕ ਵਿੱਚ ਬਹੁਤ ਵੱਡੀ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ ਤੇ ਘਾਹ ਉਗਾਇਆ ਹੋਇਆ ਸੀ ਤੇ ਆਲੇ ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ ਵਿੱਚ ਕਿਤੇ ਕਿਤੇ ਖੱਪੇ ਛੱਡੇ ਹੋਏ ਸੀ। ਇੱਕ ਪਾਸੇ ਖੱਪੇ ਛੱਡੇ ਹੋਏ ਸੀ ਤੇ ਦੂਜੇ ਪਾਸੇ ਸੜਕ ਲੰਘਦੀ ਸੀ। ਸੜਕ ਤੇ ਜਗ ਰਹੀਆਂ ਬੱਤੀਆਂ ਪਾਰਕ ਵਿੱਚ ਚਾਨਣ ਕਰਦੀਆਂ ਸਨ।
ਇਸ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰਨੀਆਂ ਕਿਉਂ ਕਿਹਾ ਗਿਆ ਹੈ? ਇਸ ਕਹਾਣੀ ਵਿੱਚ ਲੜਕੀਆਂ ਨੂੰ ਸ਼ੇਰਨੀਆਂ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਨੌਕਰੀ ਕਰਨ ਵਾਲੀਆਂ ਕੁੜੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕੰਮ ਕਰਨ ਵਾਲੀਆਂ ਕੁੜੀਆਂ ਤੇ ਤੌਹਮਤਾਂ ਵੀ ਬਹੁਤ ਲੱਗਦੀਆਂ ਸੀ ਤੇ ਫਿਰ ਵੀ ਇਹ ਕੁੜੀਆਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਸ਼ੇਰਨੀਆਂ ਵਾਂਗ ਕਰਦੀਆਂ ਸਨ। ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਕਿਉਂ ਸਿੱਖ ਰਹੀਆਂ ਸਨ? ਉੱਤਰ ਹੈ, ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਇਸ ਲਈ ਸਿੱਖ ਰਹੀਆਂ ਸਨ ਕਿਉਂਕਿ ਦਿਨ ਵੇਲੇ ਸਾਈਕਲ ਚਲਾਉਂਦਿਆਂ ਉਹਨਾਂ ਨੂੰ ਸੰਗ ਆਉਂਦੀ ਸੀ। ਸੰਗ ਮਤਲਬ ਸ਼ਰਮ ਆਉਂਦੀ ਸੀ। ਰਾਤ ਨੂੰ ਨਾਲੇ ਪਾਰਕ ਵੀ ਵਿਹਲੀ ਹੁੰਦੀ ਸੀ। ਆਪਣਾ ਅਖੀਰਲਾ ਪ੍ਰਸ਼ਨ ਹੈ, ਲੇਖਕ ਦੀ ਪਤਨੀ ਨਾਲ ਫਿਰੋਜ਼ਪੁਰ ਵਿਖੇ ਕਿਹੜੀ ਘਟਨਾ ਵਾਪਰੀ? ਇੱਕ ਵਾਰ ਲੇਖਕ ਦੀ ਪਤਨੀ ਤੇ ਉਸ ਦੀ ਭੈਣ ਫਿਰੋਜ਼ਪੁਰ ਆਪਣੇ ਘਰ ਅੱਗੇ ਘੁਸਮੁਸੇ ਵਿੱਚ ਫਿਰ ਰਹੀਆਂ ਸੀ। ਸਾਹਮਣਿਓਂ ਕਾਲੀ ਕਾਲੀ ਇੱਕ ਕੁੜੀ ਟੁਰਦੀ ਹੋਈ ਆਈ। ਕਦੇ ਉਹ ਦੋ ਪੈਰ ਭੱਜ ਵੀ ਲੈਂਦੀ ਸੀ, ਕਦੇ ਉਹ ਕਾਲੀ ਕਾਲੀ ਤੁਰਨ ਵੀ ਲੱਗ ਪੈਂਦੀ ਸੀ। ਦੋਵੇਂ ਭੈਣਾਂ ਬੜੀਆਂ ਹੈਰਾਨ ਹੋਈਆਂ ਇਹ ਜਾਣਨ ਲਈ ਕਿ ਉਹਨੇ ਕਿੱਥੇ ਜਾਣਾ, ਤਾਂ ਉਹ ਵੀ ਉਹਨਾਂ ਦੇ ਪਿੱਛੇ ਹੋ ਗਈ। ਜਦੋਂ ਲੇਖਕ ਤੇ ਉਸਦੀ ਪਤਨੀ ਨੇ ਦੇਖਿਆ ਕਿ ਕੁੜੀ ਟੈਲੀਫੋਨ ਐਕਸਚੇਂਜ ਨੂੰ ਮੁੜ ਪਈ ਤੇ ਅੰਦਰ ਜਾ ਕੇ ਆਪਣੀ ਕੁਰਸੀ ਉੱਤੇ ਬੈਠ ਗਈ, ਤਾਂ ਲੇਖਕ ਤੇ ਉਸਦੀ ਭੈਣ ਸ਼ਰਮਿੰਦੀਆਂ ਹੋਈਆਂ ਵੀ ਪਿਛਾਂਹ ਨੂੰ ਮੁੜ ਆਈਆਂ। ਹਾਂਜੀ ਪਿਆਰੇ ਬੱਚਿਓ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਨਾਲੇ ਮੈਂ ਤੁਹਾਡੇ ਤੋਂ ਇਹ ਵੀ ਉਮੀਦ ਕਰਦੀ ਹਾਂ ਕਿ ਜਦੋਂ ਤੁਸੀਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਘਬਰਾਉਣਾ ਨਹੀਂ, ਸਗੋਂ ਹਿੰਮਤ ਦਿਖਾਉਣੀ ਹੈ। ਕਹਿੰਦੇ ਹਨ, ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। ਇਹੀ ਤੁਕ ਨਾਲ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।